औज़ुबिल्लाहिमिनश्शैतानिर्रजीम बिस्मिल्लाहिर्रहमानिर्रहीम। अल्लाह जल्ल शानहू दे नाम दे नाल अल्हम्दुलिल्लाह वल मुत्तकीन अस्सलातु वस्सलामु अला रसूलिल करीम। दोस्तों अस्सलाम वालेकुम। डॉक्टर नसीर कालों हाज़र CNP न्यूज़। दोस्तों मैं फेसबुक ते देख रहा सा मौलाना फजलुर रहमान साहब ने एक कोई बयान दिता कि वो जनाब साडे फौज जड़ी आ पैसे लेंदी आ ਉਹਦੇ ਵਾਸਤੇ ਦਿਫਾ ਕਰਨਾ फर्ज भी आ दिफा करना चाहिए उन्होंने मुल्क का क्योंकि वो पैसे या तनख्वाह या अपना वेजेस जड़े आ वो लेंदे ने अपनी मजदूरी के तौर पर या अपनी तनख्वाह के तौर पर। इस हद तक तो गल सही है उन्होंने कि हर बंदा जड़ा भी मुलाजम है वो तनख्वाह लेंदा हो और वो अपना फर्ज अदा करता जड़ा उन्होंने असाइन किया जाता या उन्होंने फर्ज दिता जाता कि तू यह काम करना। ਹੁਣ ਮੈਂ ਜਦੋਂ ਕਰਦਾ ਰਿਹਾ ਮੇਰੇ ਆਪਣੇ ਫਰਾਇਜ਼ ਸਨ ਮੈਂ ਅਦਾ ਕਰਨਾ ਸਾਂ ਮੈਨੂੰ ਤਨਖਾਹ ਮਿਲਣੀ ਚਾਹੀਦੀ ਉਹਦੀ ਜ਼ਿੰਮੇਵਾਰੀ। ਕੋਈ ਬੰਦਾ ਮਿਲ 'ਚ ਕੰਮ ਕਰ ਰਿਹਾ, ਕੋਈ ਬੰਦਾ ਕਿਸੇ ਅਦਾਰੇ 'ਚ ਕੰਮ ਕਰ ਰਿਹਾ, ਕੋਈ ਬੰਦਾ ਕਿਸੇ ਡਿਪਾਰਟਮੈਂਟ ਸਟੋਰ ਤੇ ਕੰਮ ਕਰ ਰਿਹਾ, ਕੋਈ ਕਿਸੇ ਫੈਕਟਰੀ 'ਚ ਕੰਮ ਕਰ ਰਿਹਾ, ਤੇ ਉਹਦੇ ਵੇਜਸ ਜਿਹੜੇ ਨੇ ਉਹ ਤਾਂ ਉਹਦੇ ਮਿਲਣੇ ਚਾਹੀਦੇ, ਮਿਲਣੇ ਵੀ ਹੁੰਦੇ ਨੇ ਜੋ ਕੰਮ ਕਰ ਰਿਹਾ। ਲੇਕਿਨ ਸਾਰਾ ਥੋੜਾ ਜਿਹਾ ਜਿੱਥੇ ਆ ਕੇ ਤਫਰੀਕ ਆਈ ਹੈ ਨਾ, ਜਿੱਥੇ ਮੁਖਾਸਮਤ ਸ਼ੁਰੂ ਹੋਈ ਆ, ਉਹ ਇਹ ਆ ਕਿ ਸ਼ਹੀਦ ਹੋਣਾ और तनख्वाह लेना दो अलग-अलग एंटिटीज़ ने, दो अलग मामलात ने। ਹੁਣ ਸ਼ਹੀਦ ਸਿਰਫ ਫੌਜੀਆਂ ਵਾਸਤੇ ਲਫ਼ਜ਼ ਨਹੀਂ ਹੈ। ਤੁਸੀਂ ਅਹਾਦੀਸ ਮੁਬਾਰਕਾ ਪੜ੍ਹ ਕੇ ਦੇਖੋ ਨਾ, ਸ਼ਹੀਦ ਦੇ ਬਹੁਤ ਸਾਰੇ ਹੈ ਨੇ ਐਸੇ ਐਸੇ ਮਾਮਲਾਤ ਜਿਨ੍ਹਾਂ 'ਚ ਬੰਦਾ ਸ਼ਹੀਦ ਹੋ ਜਾਂਦਾ ਵੇ। ਮਸਲਨ ਕੋਈ ਬੱਚਾ ਜਿਹਦੇ ਉੱਤੇ ਬੰਬਾਰੀ ਕੀ ਦੁਸ਼ਮਣ ਕਰਦਾ ਉਹ ਫੌਤ ਹੋ ਜਾਂਦਾ, ਹਲਾਕ ਹੋ ਜਾਂਦਾ, ਤੇ ਉਹ ਸ਼ਹੀਦ ਹੈ। ਬੰਦਾ ਕੋਈ ਕੋਸ਼ਿਸ਼ ਕਰਦਾ ਕਿਸੇ ਅੱਛੇ ਵਾਸਤੇ ਕੰਮ ਵਾਸਤੇ, ਉਹ ਕਿਸੇ ਨਹਿਰ 'ਚ ਡੁੱਬ ਜਾਂਦਾ, ਉਹ ਵੀ ਸ਼ਹੀਦ ਆ। ਅੱਛਾ, ਇਹ ਕਿਸੇ ਬੰਦੇ ਟਿਪੀਕਲ ਬੰਦੇ ਵਾਸਤੇ, ਕਿਸੇ ਟਿਪੀਕਲ ਇੱਕ ਡਿਪਾਰਟਮੈਂਟ ਵਾਸਤੇ ਨਹੀਂ ਹੈ ਸ਼ਹੀਦ ਹੋਣਾ। ਸ਼ਹੀਦ ਹਰ ਉਹ ਬੰਦਾ ਵਾ ਜਿਹੜਾ ਈਮਾਨ ਰੱਖਦਾ ਅੱਲਾ ਦੀ ਜ਼ਾਤ ਤੇ ਔਰ ਅੱਲਾ ਦੇ ਅਹਿਕਾਮਾਤ ਦੇ ਤਾਬੇ ਰਹਿੰਦਿਆਂ ਹੋਇਆਂ ਆਪਣੀ ਜਾਨ ਅੱਲਾ ਦੇ ਹੁਕਮ ਦੇ ਪੂਰਾ ਕਰਨ ਵਾਸਤੇ ਲਗਾ ਦਿੰਦਾ, ਉਹਨੂੰ ਸ਼ਹੀਦ ਕਹਿੰਦੇ ਨੇ। ਹੁਣ ਆ ਜਾਓ ਫੌਜੀਆਂ ਦੇ ਮਾਮਲੇ ਤੇ। ਸਾਡੇ ਫੌਜੀ ਬੱਚੇ ਨੇ ਸਾਰੇ, ਜਦੋਂ ਉਹ ਬਾਰਡਰ ਦੇ ਉੱਤੇ ਆਪਣਾ ਕੋਸ਼ਿਸ਼ ਕਰ ਰਹੇ ਹੁੰਦੇ ਨੇ, ਦਿਫਾ ਕਰ ਰਹੇ ਨੇ ਮੁਲਕ ਦਾ, ਕੌਮ ਦਾ ਦਿਫਾ ਕਰ ਰਹੇ ਨੇ, ਤੇ ਉੱਥੇ ਉਹਨਾਂ ਨੂੰ ਅਗਰ ਮੌਤ ਆ ਲੈਂਦੀ ਆ ਤੇ ਉਹ ਮੌਤ ਨਹੀਂ ਹੈ, ਉਹਨਾਂ ਨੂੰ ਸ਼ਹੀਦ ਕਵਾਂਗੇ। ਕਿਉਂਕਿ ਕੁਰਾਨ ਨੇ ਦੋ ਲਫ਼ਜ਼ੀ ਗੱਲ ਦੇ ਵਿੱਚ ਇਸ ਨੂੰ ਮਾਮਲਾਤ ਨੂੰ ਤੈਅ ਕਰ ਦਿੱਤਾ ਕਿ ਸ਼ਹੀਦ ਜਿਹੜੇ ਨੇ ਉਹਨਾਂ ਦੀ ਆਮ ਮੌਤ ਨਹੀਂ ਹੈ, ਤੁਹਾਨੂੰ ਨਹੀਂ ਪਤਾ ਉਹ ਜ਼ਿੰਦਾ ਹੁੰਦੇ ਨੇ। ਮਤਲਬ ਇਹ ਕੁਰਾਨ ਦਾ ਫੈਸਲਾ, ਅੱਲਾਹ ਤਾਲਾ ਦਾ ਫੈਸਲਾ ਜਾਂ ਮੇਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਦਾ ਫਰਮਾਨ ਹੈ। ਤੇ ਅਸੀਂ ਸ਼ਹੀਦ ਨੂੰ ਔਰ ਆਮ ਬੰਦੇ ਦੀ ਮੌਤ ਨੂੰ ਬਹੁਤ ਫਰਕ ਸਮਝਦੇ ਹਾਂ। ਔਰ ਕਾਰੀ ਸਾਹਿਬ ਆਪਣੇ ਸਾਡੇ ਮੌਲਾਨਾ ਫਜ਼ਲ ਰਹਿਮਾਨ ਸਾਹਿਬ ਨੂੰ ਥੋੜਾ ਜਿਹਾ ਤਫਰੀਕ ਰੱਖਣਾ ਚਾਹੀਦਾ ਸੀ ਇਹ 'ਚ ਕਿ ਸ਼ਹੀਦ ਜਿਹੜਾ ਬੰਦਾ ਹੁੰਦਾ ਉਹ ਈਮਾਨ ਦੀ ਗੱਲ ਆ ਔਰ ਤਨਖਾਹ ਲੈਣਾ ਜਿਹੜਾ ਉਹਦੇ ਜ਼ਿੰਮੇਵਾਰੀ ਦਾ ਕੰਮ ਆ, ਉਹ ਜੋ ਕਰ ਰਿਹਾ ਉਹਦਾ ਕਰ ਰਿਹਾ। ਦੂਸਰੇ ਨੰਬਰ ਤੇ ਆ ਜਾਓ, ਜਿਸ ਵੇਲੇ ਇਹ ਗੱਲ ਹੋ ਗਈ ਉਸ ਤੋਂ ਬਾਅਦ ਜਨਾਬ ਇੱਕ ਹੋਰ ਮੌਲਾਨਾ ਸਾਹਿਬ ਉੱਠੇ, ਉਹਨਾਂ ਕਿਹਾ ਜੀ ਮੇਰਾ ਸ਼ਹੀਦ ਹੋਣ ਨੂੰ ਬੜਾ ਦਿਲ ਕਰਦਾ। ਉਹਨਾਂ ਦਾ ਵਾਕਈ ਦਿਲ ਕਰਦਾ ਹੋਣਾ ਕਿ ਸ਼ਹੀਦ ਹੋਈਏ, ਲੇਕਿਨ ਉਹਨਾਂ ਦਾ ਦਿਲ ਇਹ ਕਰਦਾ ਕਿ ਅਸੀਂ ਘਰ 'ਚ ਬੈਠ ਕੇ ਹਲਵੇ ਪੂੜੀ ਦੇ ਵਿੱਚ ਸ਼ਹੀਦ ਹੋਈਏ, ਜਾਂ ਸਾਡੇ ਸਾਹਮਣੇ ਇੱਕ ਫਸਟ ਕਲਾਸ ਮਸ਼ਰੂਬਾਤ ਹੋਣ ਜਿਹੜੇ ਉਹ ਪੀਂਦੇ ਨੇ ਉਹਦੇ 'ਚ ਸ਼ਹੀਦ ਹੋਈਏ, ਜਾਂ ਉਹਨਾਂ ਦਾ ਹੋਣਾ ਕਿ ਫਸਟ ਕਲਾਸ ਬੋਤਲਾਂ ਲੱਗੀਆਂ ਹੋਣ ਉਹਦੇ 'ਚ ਸ਼ਹੀਦ ਹੋਈਏ, ਜਾਂ ਫਸਟ ਕਲਾਸ ਮੁਰਗੇ ਬਟੇਰੇ ਭੁੱਜੇ ਹੋਣ ਤੇ ਉਹ 'ਚ ਸ਼ਹੀਦ ਹੋਈਏ। ਹੈਰਾਨਗੀ ਦੀ ਗੱਲ ਆ ਕਿ ਸ਼ਹਾਦਤ ਵੀ ਚਾਹੁੰਦੇ ਨੇ ਔਰ ਘਰੋਂ ਵੀ ਨਹੀਂ ਨਿਕਲਣਾ ਚਾਹੁੰਦੇ। ਅਗਰ ਕੁਰਾਨ ਦੇ ਰੈਫਰੈਂਸ ਨਾਲ ਇਹਨੂੰ ਦੇਖਿਆ ਜਾਏ ਨਾ, ਕੁਰਾਨ 'ਚ ਅੱਲਾਹ ਤਾਲਾ ਨੇ ਇਹੋ ਜਿਹੇ ਲੋਕਾਂ ਵਾਸਤੇ ਬੜੇ ਹੀ ਸਖਤੀ ਲਫ਼ਜ਼ ਇਸਤੇਮਾਲ ਕੀਤੇ ਨੇ। ਇਹ ਜਾਣਬੁੱਝ ਕੇ ਘਰਾਂ 'ਚ ਬੈਠ ਰਹਿੰਦੇ ਨੇ ਔਰ ਦੁਆ ਕਰਦੇ ਨੇ ਕਿ ਯਾ ਅੱਲਾ ਸਾਨੂੰ ਬਾਹਰ ਨਾ ਨਿਕਲਣਾ ਪੈ ਜਾਏ, ਕੋਈ ਨਾ ਕੋਈ ਬਹਾਨਾ ਤਲਾਸ਼ ਕਰਦੇ ਨੇ। ਤੇ ਫਿਰ ਉਹ ਸ਼ਹਾਦਤ ਨਹੀਂ ਹੁੰਦੀ, ਫਿਰ ਉਹ ਮੌਤ ਹੀ ਹੁੰਦੀ ਆ, ਫਿਰ ਉਹ ਹਲਾਕਤ ਹੀ ਹੁੰਦੀ ਆ। ਤੇ ਫਿਰ ਜਿਸ ਹਾਲਤ 'ਚ ਇਹਨਾਂ ਦੀ ਮੌਤ ਆਉਂਦੀ ਆ, ਫਿਰ ਉਸ ਹਾਲਤ ਦੇ ਮੁਤਾਬਕ ਉਹਨੂੰ ਕਿਹਾ ਜਾਂਦਾ ਕਿ ਉਹਦੀ ਮੌਤ ਕੈਸੀ ਆਈ ਆ। ਮਸਲਨ ਕਿਸੇ ਬੰਦੇ ਦੇ ਬੁਰੇ ਅੰਦਾਜ਼ 'ਚ ਔਰ ਬੁਰਾ ਬੰਦਾ ਹੋਵੇ ਅੰਦਾਜ਼ 'ਚ ਮੌਤ ਹੈ ਨਾ, ਤੇ ਉਹਨੂੰ ਕਹਿੰਦੇ ਕੁੱਤੇ ਦੀ ਮੌਤ ਮਰਿਆ। ਅਗਰ ਉਹ ਅੱਛਾ ਨੇਕ ਕੰਮ ਕਰਦਾ ਮਰੇਗਾ ਤਾਂ ਉਹਨੂੰ ਕਹਿੰਦੇ ਜੀ ਉਹ ਸ਼ਹੀਦ ਹੀ ਸਮਝੋ ਉਹਨੂੰ, ਕਿਉਂਕਿ ਉਹ ਬੜਾ ਨੇਕੀ ਦਾ ਕੰਮ ਕਰ ਰਿਹਾ ਸੀ। ਤੇ ਜੇ ਜਨਾਬ ਸਾਡੇ ਮੌਲਾਨਾ ਸਾਹਿਬ ਬੜੇ ਬੜੇ ਟॉप क्लास अच्छे लोग भी ਇਹਨਾਂ 'ਚ ਸ਼ਾਮਲ ਨੇ, ਲੇਕਿਨ ਬੜੇ ਬੜੇ ਅਜੀਬੋ ਗਰੀਬ ਲੋਕ ਵੀ ਇਹਨਾਂ 'ਚ ਸ਼ਾਮਲ ਨੇ। ਜਿਸ ਤਰ੍ਹਾਂ ਜਿਹੜਾ ਕਹਿੰਦਾ ਸੀ ਮੈਂ ਸ਼ਹੀਦ ਹੋਣਾ ਚਾਹੁੰਦਾ, ਉਹਦਾ ਢਿੱਡ ਵੇਖੋ ਤੇ ਮਾਸ਼ਾਅੱਲਾ ਉਹਦਾ ਜਿਸਮ ਦੇਖੋ, ਤੇ ਉਹ ਲੱਗਦਾ ਨਹੀਂ ਵੀ ਕਦੀ ਵੀ ਸ਼ਹੀਦ ਹੋਣ ਦੀ ਕੋਸ਼ਿਸ਼ ਕਰੇਗਾ। ਕਿਉਂਕਿ ਇਹ ਲੋਕ ਬੇਸਿਕਲੀ ਮੌਤ ਤੋਂ ਡਰਦੇ ਨੇ, ਇਹ ਮਰਨ ਤੋਂ ਡਰਦੇ ਨੇ। ਤੇ ਸ਼ਹਾਦਤ ਤੇ ਮਿਲਦੀ ਹੈ ਮਰਨ ਤੋਂ ਬਾਅਦ। ਅੱਲਾ ਕਰੇ, मैं दुआ करना अल्लाह ताला उनकी मतलब ख्वाहिश पूरी फरमाए अल्लाह ताला और उन्होंने शहादत का रुतबा अता फरमाए। लेकिन वो जाके अगे जंगा च शामिल तो होण, वो जंग इधर लगी तो जहाज फड़ते ते तुर पैंदे सऊदी अरब नूं,
ਜੇ ਸਾਊਦੀ ਅਰਬ 'ਚ ਜੰਗ ਲੱਗੀ ਹੁੰਦੀ ਹੈ ਉਹ ਜਨਾਬ ਅਮਰੀਕਾ ਨੂੰ ਤੁਰ ਪੈਂਦੇ ਨੇ, ਜੇ ਅਮਰੀਕਾ 'ਚ ਜੰਗ ਲੱਗ ਜਾਂਦੀ ਹੈ ਤਾਂ ਉਹ ਜਨਾਬ ਬਰਤਾਨੀਆ ਨੂੰ ਤੁਰ ਪੈਂਦੇ ਨੇ, ਤੇ ਫਿਰ ਸ਼ਹਾਦਤ ਵੀ ਮੰਗਦੇ ਨੇ। ਸ਼ਹਾਦਤ ਇਸ ਤਰ੍ਹਾਂ ਦੇ ਬੰਦਿਆਂ ਨੂੰ ਨਹੀਂ ਆਉਂਦੀ, ਇਹਨਾਂ ਨੇ ਮੌਤ ਹੀ ਆਉਣੀ ਆ। ਤੇ ਜੇ ਸ਼ਹਾਦਤ ਹੀ ਲੈਣਾ ਚਾਹੁੰਦੇ ਆ ਮਾਸ਼ਾਅੱਲਾ, ਤੇ ਇਹਨਾਂ ਨੂੰ ਚਾਹੀਦਾ ਜਾ ਕੇ ਉੱਥੇ ਜੰਗ 'ਚ ਲੜਨ, ਇੰਡੀਆ ਨਾਲ ਹਮਲਾ ਕਰ ਦੇਣ, ਇੰਡੀਆ ਨਾਲ ਲੜਨ ਜਾ ਕੇ, ਇਸ ਦੀ ਬਜਾਏ ਕਿ ਹਲਵੇ ਦੀਆਂ ਪਲੇਟਾਂ ਨਾਲ ਲੜਨ, ਉੱਥੇ ਜਾ ਕੇ ਲੜਨ ਤਾਂ ਕਿ ਸ਼ਹਾਦਤ ਆਵੇ। ਇਸ ਦੀ ਬਜਾਏ ਕਿ ਜੇ ਇੱਧਰ ਆਣ ਕੇ ਕੋਈ ਤਖਰੀਬਕਾਰੀ ਕਰਦੇ ਨੇ ਅਫਗਾਨਿਸਤਾਨ 'ਚੋਂ ਜਾਂ ਇੰਡੀਆ 'ਚੋਂ ਆ ਕੇ ਬਲੋਚਿਸਤਾਨ 'ਚ ਤਖਰੀਬਕਾਰੀ ਹੋ ਰਹੀ ਆ, ਫਿਰ ਉੱਥੇ ਜਾ ਕੇ ਉਹਨਾਂ ਦੇ ਖਿਲਾਫ ਲੜਨ, ਫਿਰ ਸ਼ਹਾਦਤ ਆਉਣੀ ਆ। ਮੌਲਾਨਾ ਸਾਹਿਬ ਇਸ ਤਰ੍ਹਾਂ ਸ਼ਹਾਦਤ ਨਹੀਂ ਮਿਲਦੀ ਘਰ ਬੈਠ ਕੇ ਹਲਵੇ ਦੀ ਪੂੜੀ ਦੇ ਉੱਤੇ ਬੈਠ ਕੇ ਔਰ ਹਲਵੇ ਦੀਆਂ ਪਲੇਟਾਂ ਦੇ ਵਿੱਚ ਬੈਠ ਕੇ। ਮੇਰਾ ਖਿਆਲ ਆ ਗੱਲ ਸਾਰੇ ਲੋਕਾਂ ਨੂੰ ਸਮਝ ਆ ਗਈ ਹੋਣੀ ਆ। ਅੱਲਾਹ ਤਾਲਾ ਸਾਨੂੰ ਇਹੋ ਜਿਹੇ ਉਲਮਾ ਤੋਂ ਬਚਾਏ ਜਿਹੜੇ ਸਾਡੇ ਦੀਨ ਨੂੰ ਖਰਾਬ ਕਰਦੇ ਨੇ, ਸਾਨੂੰ ਲੋਕਾਂ ਨੂੰ ਖਰਾਬ ਕਰਦੇ ਨੇ। ਅੱਲਾਹ ਹਾਫਿਜ਼। ਅਸਲਾਮ।